everyone, this is Sakshi Agarwal from Malerkotla. I welcome you all on मेहनती बच्चे. I hope you all are doing well. ਤੁਸੀਂ ਆਪਣਾ ਤੇ ਆਪਣੀ ਫੈਮਿਲੀ ਦਾ ਧਿਆਨ ਬਹੁਤ ਵਧੀਆ ਢੰਗ ਨਾਲ ਰੱਖ ਰਹੇ ਹੋਗੇ ਤੇ ਜਿਹੜੇ ਵੀ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਤੁਹਾਡੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਗੀ. ਸੋ ਅੱਜ ਇਸ ਲੈਕਚਰ ਦੇ ਵਿੱਚ ਆਪਾਂ ਪਾਰਟ 3 ਡਿਸਕਸ ਕਰਾਂਗੇ 6 ਮੰਥ ਕਰੰਟ ਅਫੇਅਰਸ ਆ. ਓਕੇ, ਜਿਹੜੇ ਵੀ ਸਟੂਡੈਂਟਸ ਇਹ ਚੈਨਲ ਤੇ ਨਿਊ ਹੈ ਤੇ ਜਿਨ੍ਹਾਂ ਨੇ ਪਾਰਟ ਪਹਿਲੇ ਵਾਲੇ ਦੋ नहीं देखे करंट अफेयर ਦੇ ਜ਼ਰੂਰ ਦੇਖੋ ਤੇ ਜਿਹੜੀ ਇਹ ਲੈਕਚਰ ਦੀ PDF ਹੈ ਉਹ ਤੁਸੀਂ ਸਾਡੀ ਅਫੀਸ਼ੀਅਲ ਵੈਬਸਾਈਟ www.mehnatibacche.com ਤੋਂ ਡਾਊਨਲੋਡ ਕਰ ਸਕਦੇ ਹੋ ਤੇ ਚੈਨਲ ਤੇ ਤੁਹਾਨੂੰ ਹੋਰ ਵੀ ਕਾਫੀ ਸਾਰਾ ਮਟੀਰੀਅਲ ਮਿਲ ਜਾਊਗਾ. ਸੋ ਇਹ ਵੀਡੀਓਜ਼ ਨੂੰ ਵੀ ਤੁਸੀਂ ਦੇਖ ਸਕਦੇ ਹੋ. ਸੋ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ. ਸੋ ਜਿਹੜੇ ਵੀ ਸਟੂਡੈਂਟਸ ਚੈਨਲ ਉੱਪਰ ਨਿਊ ਹੈ ਜਿਨ੍ਹਾਂ ਨੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ ਤੇ ਅਗਰ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਦੀਆਂ ਲਾਈਕ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ. ਸੋ ਸਟਾਰਟ ਕਰਦੇ ਹਾਂ ਅੱਜ ਦੀ ਡਿਸਕਸ਼ਨ. ਸਭ ਤੋਂ ਪਹਿਲਾ ਕਰੰਟ ਅਫੇਅਰ ਕਾਫੀ ਇੰਪੋਰਟੈਂਟ ਹੈ ਤੇ ਕਾਫੀ ਐਗਜ਼ਾਮਸ 'ਚ ਇਹਦੇ ਉੱਪਰ ਕੁਐਸਚਨ ਆਉਂਦਾ ਰਹਿੰਦਾ ਹੈ. ਸਭ ਤੋਂ ਪਹਿਲਾਂ ਤੁਹਾਨੂੰ ਇਹਦੇ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ? ਸਟੈਟਿਸਟਿਕਸ ਡੇ ਹੈ ਜਿਹੜਾ ਉਹ ਕਦੋਂ ਸੈਲੀਬ੍ਰੇਟ ਕਰਦੇ ਆ? 29 ਜੂਨ ਨੂੰ. ਕਿਉਂ ਕਰਦੇ ਆ? ਤਾਂ ਕਿ ਉਹ ਸਾਰੇ ਕੰਟਰੀਬਿਊਸ਼ਨਸ ਜਿਹੜੇ ਕਿ ਪ੍ਰੋਫੈਸਰ PC ਮਹਾਲੋਂਬਿਸ ਨੇ ਕੀਤੇ ਹੋਏ ਨੇ ਇਨ ਦ ਫੀਲਡ ਆਫ ਸਟੈਟਿਸਟਿਕਸ, ਸਟੈਟਿਸਟੀਕਲ ਸਿਸਟਮ, ਇਕਨੋਮਿਕ ਪਲੈਨਿੰਗ, ਉਹਨਾਂ ਨੂੰ ਰਿਕੋਗਨਾਈਜੇਸ਼ਨ ਮਿਲ ਸਕੇ. ਇਹ ਕੁਐਸਚਨ ਬਹੁਤ ਆਉਂਦਾ ਹੈ ਪੇਪਰ 'ਚ, ਇਸ ਲਈ ਧਿਆਨ ਰੱਖਿਓ. ठीक है कि किदे कंट्रीब्यूशनस ਨੂੰ ਰਿਕੋਗਨਾਈਜ਼ ਕੀਤਾ ਜਾਂਦਾ ਹੈ? PC ਮਹਾਲੋਂਬਿਸ. ਉਹ ਤੋਂ ਬਾਅਦ ਅਗਰ ਆਪਾਂ ਇਸ ਸਾਲ ਦੇ ਥੀਮ ਦੀ ਗੱਲ ਕਰੀਏ ਤਾਂ ਕੀ ਹੈ? ਸੈਲਫ ਡਿਵੈਲਪਮੈਂਟ ਗੋਲ 3 that is ensure healthy lives and promote well-being for all at all ages, and self development goal 5 that is achieve gender equality and empower all women and girls. Okay, अगर आप PC महालोंबिस ਦੇ contributions ਦੀ ਗੱਲ ਕਰੀਏ ਤਾਂ ਕੀ ਹੈ? He is referred to as the chief architect of Indian statistical system as well as father of statistical science in India. ठीक है, ਇਹਨਾਂ ਨੂੰ ਆ ਦੋ ਉਪਾਧੀ ਦੇ ਨਾਲ ਜਾਣਿਆ ਜਾਂਦਾ ਹੈ. ਪੇਪਰ 'ਚ ਡਾਇਰੈਕਟਲੀ ਕੁਐਸਚਨ ਆਉਂਦਾ ਹੈ ਹੂ ਇਜ਼ ਨੋਨ ਐਜ਼ ਚੀਫ ਆਰਕੀਟੈਕਟ ਆਫ ਇੰਡੀਅਨ ਸਟੈਟਿਸਟੀਕਲ ਸਿਸਟਮ ਜਾਂ ਹੂ ਇਜ਼ ਨੋਨ ਐਜ਼ ਦ ਫਾਦਰ ਆਫ ਸਟੈਟਿਕਲ ਸਾਇੰਸ ਇਨ ਇੰਡੀਆ. ਸੋ ਇਹ ਦੋ ਕੁਐਸਚਨਸ ਦਾ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ. ਕੀ ਆਊਗਾ? ਪ੍ਰੋਫੈਸਰ PC ਮਹਾਲੋਂਬਿਸ. ਓਕੇ, ਉਹ ਤੋਂ ਬਾਅਦ ਸੈਕਿੰਡ ਕੀ ਹੈ? ਇਹਨਾਂ ਨੇ ਐਸਟੈਬਲਿਸ਼ ਕੀਤਾ ਸੀ ਇੰਡੀਅਨ ਸਟੈਟਿਸਟੀਕਲ ਇੰਸਟੀਟਿਊਟ ISI 1931 ਦੇ ਵਿੱਚ. ਕਿੱਥੇ? ਕੋਲਕਾਤਾ ਦੇ ਵਿੱਚ. ਉਹ ਤੋਂ ਬਾਅਦ ਨੈਕਸਟ ਹੈ ਹੀ ਆਲਸੋ ਹੈਲਪਡ ਇਨ ਐਸਟੈਬਲਿਸ਼ਮੈਂਟ ਆਫ ਸੈਂਟਰਲ ਸਟੈਟਿਸਟੀਕਲ ਆਰਗੇਨਾਈਜੇਸ਼ਨ ਦੀ ਐਸਟੈਬਲਿਸ਼ਮੈਂਟ 'ਚ ਇਹਨਾਂ ਨੇ ਹੈਲਪ ਕੀਤੀ. ਨੈਸ਼ਨਲ ਸੈਂਪਲ ਸਰਵੇ NSS ਦੀ ਐਸਟੈਬਲਿਸ਼ਮੈਂਟ 'ਚ ਹੈਲਪ ਕੀਤੀ ਐਂਡ ਐਨੂਅਲ ਸਰਵੇ ਆਫ ਇੰਡਸਟਰੀਜ਼ that is ASI. ਓਕੇ, ਸੋ ਨੈਕਸਟ ਕਰੰਟ ਅਫੇਅਰ ਦੇਖਦੇ ਹਾਂ. ਨੈਕਸਟ ਕਰੰਟ ਅਫੇਅਰ ਜਿਹੜਾ ਹੈਗਾ ਉਹ ਹੈਗਾ ਰਿਗਾਰਡਿੰਗ ਫੋਰੈਕਸ ਰਿਜ਼ਰਵਸ. ਇਸ ਵਾਰ ਇੰਨੇ ਜ਼ਿਆਦਾ ਫੋਰੈਕਸ ਰਿਜ਼ਰਵਸ ਵੱਧ ਗਏ ਇੰਡੀਆ ਦੇ ਵਿੱਚ ਜਿੰਨੇ ਕਦੇ ਵੀ ਪਹਿਲਾਂ ਅੱਜ ਤੱਕ ਨਹੀਂ ਵਧੇ ਸੀ. ਸੋ ਇਸ ਵਾਰ ਪਹਿਲੀ ਵਾਰ ਹੋਇਆ ਕਿ ਜਿਹੜੇ ਇੰਡੀਆ ਦੇ ਫੋਰੈਕਸ ਰਿਜ਼ਰਵਸ ਹੈ ਉਹ $500 ਬਿਲੀਅਨ ਤੋਂ ਵਧੇ ਨੇ. ਠੀਕ ਹੈ, ਅਗਰ ਆਪਾਂ ਹੁਣ ਪ੍ਰੈਜ਼ੈਂਟ ਟਾਈਮ ਦੀ ਗੱਲ ਕਰੀਏ ਤਾਂ ਇਸ ਟਾਈਮ 'ਤੇ 517.637 ਬਿਲੀਅਨ ਹੈ. ਓਕੇ, ਜਿਹੜੇ ਆਪਣੇ ਫੋਰੈਕਸ ਰਿਜ਼ਰਵਸ ਹੈ. ਫੋਰੈਕਸ ਰਿਜ਼ਰਵਸ ਹੁੰਦੇ ਕੀ ਹੈ? ਫੋਰੈਕਸ ਰਿਜ਼ਰਵਸ ਆਰ ਐਕਸਟਰਨਲ ਐਸੈਟਸ ਇਨ ਦ ਫਾਰਮ ਆਫ ਗੋਲਡ. SDR ਮੀਨਸ ਸਪੈਸ਼ਲ ਡਰਾਇੰਗ ਰਾਈਟਸ ਆਫ ਦ IMF ਐਂਡ ਫੋਰਨ ਕਰੰਸੀ ਐਸੈਟਸ. ਇਹਦੇ ਵਿੱਚ ਕੈਪੀਟਲ ਇਨਫਲੋ ਆ ਜਾਂਦੇ ਆ ਇਨਟੂ ਦ ਕੈਪੀਟਲ ਮਾਰਕੀਟ FDI ਐਂਡ ਐਕਸਟਰਨਲ ਕਮਰਸ਼ੀਅਲ ਬੋਰਿੰਗਸ ਜਿਹਨੂੰ ਕਿ ਐਕਿਊਮੂਲੇਟ ਕੀਤਾ ਜਾਂਦਾ ਇੰਡੀਆ ਦੇ ਦੁਆਰਾ ਤੇ ਇਹਨੂੰ ਕੰਟਰੋਲ ਕੌਣ ਕਰਦਾ ਹੈ? RBI. ਓਕੇ, ਇਹ ਕੁਝ ਬੇਸਿਕ ਫੈਕਟਸ ਹੈ, ਯਾਦ ਰੱਖਿਓ. ਉਹ ਤੋਂ ਬਾਅਦ ਸੋ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਗਰੀਬ ਕਲਿਆਣ ਰੋਜ਼ਗਾਰ ਅਭਿਆਨ. ਠੀਕ ਹੈ, ਰੀਸੈਂਟਲੀ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਨੇ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਨੂੰ ਲਾਂਚ ਕੀਤਾ. ਇਹਨੂੰ ਲਾਂਚ ਕਰਨ ਦੇ ਪਿੱਛੇ ਕੀ ਏਮ ਸੀਗਾ? ਤਾਂ ਕਿ ਲਿਵਲੀਹੁੱਡ ਓਪਰਚੁਨਿਟੀਜ਼ ਇਨਕਰੀਜ਼ ਕੀਤੀਆਂ ਜਾਣ. ਕਿਹਦੇ ਵਿੱਚ? ਰੂਰਲ ਇੰਡੀਆ ਦੇ ਵਿੱਚ, ਮੀਨਸ ਗਾঁव ਵਾਲੇ ਇਲਾਕੇ ਦੇ ਵਿੱਚ ਲਿਵਲੀਹੁੱਡ ਓਪਰਚੁਨਿਟੀਜ਼ ਨੂੰ ਬੂਸਟ ਕੀਤਾ ਜਾਵੇ. ਕਿਉਂਕਿ ਆਪਾਂ ਨੂੰ ਪਤਾ ਹੈ COVID-19 ਦੇ ਕਰਕੇ ਕਾਫੀ ਸਾਰੇ ਕ੍ਰਾਈਸਿਸ ਹੋ ਰਹੇ ਨੇ. ਉਸ ਵਜ੍ਹਾ ਤੋਂ ਇਹ ਜਿਹੜਾ ਅਭਿਆਨ ਉਹਨੂੰ ਲਾਂਚ ਕੀਤਾ ਗਿਆ ਲਿਵਲੀਹੁੱਡ ਓਪਰਚੁਨਿਟੀਜ਼ ਨੂੰ ਇਨਕਰੀਜ਼ ਕਰਨ ਦੇ ਲਈ. ਹੁਣ ਆਪਾਂ ਦੇਖਦੇ ਹਾਂ ਕਿ ਇਹ ਸਕੀਮ ਦੇ ਵਿੱਚ ਕੀ ਹੈ. ਦ ਫਸਟ ਪ੍ਰਾਇਓਰਿਟੀ ਆਫ ਦ ਸਕੀਮ ਇਜ਼ ਟੂ ਮੀਟ ਦ ਇਮੀਡੀਏਟ ਰਿਕੁਆਇਰਮੈਂਟ ਆਫ ਵਰਕਰਸ who have gone back to their districts by providing them with livelihood opportunities. ਕਹਿੰਦਾ ਜਿਹੜੀ ਇਹਦੀ ਫਸਟ ਪ੍ਰਾਇਓਰਿਟੀ ਹੈ ਸਕੀਮ ਦੀ ਉਹ ਕੀ ਹੈ? ਇਮੀਡੀਏਟ ਰਿਕੁਆਇਰਮੈਂਟ ਪ੍ਰੋਵਾਈਡ ਕਰਨਾ ਉਹ ਸਾਰੇ ਵਰਕਰਸ ਨੂੰ ਜਿਹੜੇ ਕਿ ਆਪਣੀ ਡਿਸਟ੍ਰਿਕਟ ਦੇ ਵਿੱਚ ਵਾਪਸ ਚਲੇ ਗਏ. ਠੀਕ ਹੈ, ਉੱਥੇ ਜਿੱਥੇ ਉਹਨੂੰ ਵਾਪਸ ਗਏ ਨੇ ਆਪਣਾ ਕੰਮ ਛੱਡ ਕੇ ਆਪਣੇ ਉਹ ਡਿਸਟ੍ਰਿਕਟਸ ਦੇ ਵਿੱਚ ਵਾਪਸ ਗਏ ਨੇ. ਹੁਣ ਡਿਸਟ੍ਰਿਕਟਸ ਦੇ ਵਿੱਚ ਇਮੀਡੀਏਟਲੀ ਜਾ ਕੇ ਤਾਂ ਉੱਥੇ ਉਹਨਾਂ ਨੂੰ ਵਰਕਿੰਗ ਓਪਰਚੁਨਿਟੀਜ਼ ਨਹੀਂ ਮਿਲਣਗੀਆਂ. ਠੀਕ ਹੈ, ਸੋ ਉਹਨਾਂ ਦੀ ਹੈਲਪ ਕਰਨ ਦੇ ਲਈ ਕਿ ਉੱਥੇ ਉਹਨਾਂ ਨੂੰ ਲਿਵਲੀਹੁੱਡ ਓਪਰਚੁਨਿਟੀਜ਼ ਮਿਲ ਸਕਣ ਇਹ ਅਭਿਆਨ ਨੂੰ ਲਾਂਚ ਕੀਤਾ ਗਿਆ.
फोकस की होगा ये अभियान दे विच रूरल सिटीजनस के उपर। इट इज़ अ फोकस कैंपेन ऑफ 125 डेज अक्रॉस 116 डिस्ट्रिक्ट्स इन 6 स्टेट्स टू वर्क इन मिशन मोड। ये बेसिकली 125 दा कैंपेन चलाया जाऊगा, ठीक है, 116 डिस्ट्रिक्ट्स दे विच इन 6 स्टेट्स। पब्लिक वर्क वर्थ ऑफ ₹50,000 करोड़ टू बी कैरिड आउट अंडर द स्कीम। ये पब्लिक वर्क जिहदी की वैल्यू कितनी है 50,000 करोड़ रुपीज़ उन्होंने कैरी आउट किया जाऊगा इस स्कीम के अंडर। इट इनक्लूड्स फोकस इंप्लीमेंटेशन ऑफ 25 डिफरेंट टाइप ऑफ वर्क टू प्रोवाइड इंप्लॉयमेंट एंड टू क्रिएट ड्यूरेबल इंफ्रास्ट्रक्चर। कहते ये मेन फोकस की रहूगा कि 25 अलग अलग तरह के ਜਿਹੜੇ ਕੰਮ ਹੈ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਊਗਾ ਤਾਂ ਕਿ ਇੰਪਲੋਇਮੈਂਟ ਓਪਰਚੁਨਿਟੀਜ਼ ਮਿਲ ਸਕਣ ਲੋਕਾਂ ਨੂੰ, ਠੀਕ ਹੈ, ਤੇ ਇਹਦੇ ਨਾਲ ਡਿਊਰੇਬਲ ਇਨਫਰਾਸਟ੍ਰਕਚਰ ਨੂੰ ਵੀ ਡਿਵੈਲਪ ਕੀਤਾ ਜਾਊਗਾ। ਦ ਵਿਲੇजेस ਵਿਲ ਜੁਆਇਨ ਦਿਸ ਪ੍ਰੋਗਰਾਮ ਥਰੂ ਦ ਕਾਮਨ ਸਰਵਿਸ ਸੈਂਟਰਸ ਐਂਡ ਕ੍ਰਿਸ਼ੀ ਵਿਗਿਆਨ ਕੇਂਦਰਾਸ। ਹੁਣ ਜਿਹੜੇ ਵਿਲੇजेस ਹੈ ਉਹ ਇਹ ਪ੍ਰੋਗਰਾਮ ਨੂੰ ਕਿਵੇਂ ਜੁਆਇਨ ਕਰ ਸਕਦੇ? ਕਾਮਨ ਸਰਵਿਸ ਸੈਂਟਰਸ ਦੇ ਰਾਹੀਂ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਰਾਹੀਂ। ਸੋ ਨੈਕਸਟ ਕਰੰਟ ਅਫੇਅਰ ਹੈ 4th ਰਿਗਾਰਡਿੰਗ ਪੁਲਿਟਜ਼ਰ ਪ੍ਰਾइज़ 2020, ठीक है। जोड़ा ये प्राइज़ है सब तो पहला तो ये देखो किन्ना नू मिले, बिकॉज ये नाम काफ़ी इंपॉर्टेंट है, डायरैक्टली पेपर च क्वेश्चन आ जाता है। किन्ना नू मिले है? यासिनधर मुख्तर खान एंड थर्ड वन इज़ चन्नी आनंद। ओके, 3 फोटो जर्नलिस्ट हैं जम्मू कश्मीर तो जिन्होंने ये प्राइज़ मिले है किदे विच? फीचर फोटोग्राफी दे विच। ओके, हुण अगर आप प्राइज़ के बारे कुछ बेसिक डिटेल्स की गल करिए, वो की है जिहड़ा प्राइज़ है उन्होंने एस्टैबलिश किया गया सी 1917 दे विच, ते इहनूं किहदे विच किहड़ी फील्ड दे विच दिता जांदा है? मैगज़ीन, न्यूज़पेपर, ऑनलाइन जर्नलिज्म, म्यूजिकल कंपोजिशन एंड लिटरेचर। एक कॉमनली क्वेश्चन आता है, जिमें SSC वगैरह एग्जाम च काफ़ी क्वेश्चन आता है भी किहड़ी फील्ड दे विच प्राइज़ दिता जाता है। उस तो बाद द अवार्ड वॉज एस्टैबलिश बाय द प्रोविजनस इन द विल ऑफ जोसेफ पुलिट्जर। ही मेड हिज फॉर्चून एज अ न्यूज़पेपर पब्लिशर। कहंदा जिहड़ा ये अवार्ड है उहदे प्रोविजनस किन्ना दी विल दे विच है? जोसेफ पुलिट्जर। ओके, ਜਿਹੜਾ अवार्ड है ਉਹਨੂੰ एडमिनिस्टर कौन करता है? कोलंबिया यूनिवर्सिटी। ਇਹਦੇ ਵਿੱਚ टोटल 21 कैटेगरीज हैं ਜਿਹਦੇ ਲਈ ਇਹ अवार्ड है ਜਿਹੜਾ ਉਹ ਦਿੱਤਾ ਜਾਂਦਾ ਹੈ। ईच विनर रिसीव्स अ कैश अवार्ड एंड अ सर्टिफिकेट। हरेक विनर ਨੂੰ कैश अवार्ड ਦਾ सर्टिफिकेट मिलता है। अ गोल्ड मैडल इज़ अवॉर्डिड टू विनर इन पब्लिक सर्विस कैटेगरी। पब्लिक सर्विस कैटेगरी ਦੇ ਵਿੱਚ गोल्ड मैडल भी ਦਿੱਤਾ ਜਾਂਦਾ है। ओके, उस तो बाद नैक्सट 5th करंट अफेयर है रिगार्डिंग इंडियन गैस एक्सचेंज। इंडियन गैस एक्सचेंज दैट इज़ IGX जोड़ा है वो फर्स्ट नेशन वाइड ऑनलाइन डिलीवरी बेस्ड गैस ट्रेडिंग प्लेटफॉर्म है, ठीक है। दिस विल बी अ डिलीवरी बेस्ड ट्रेडिंग प्लेटफॉर्म फॉर डिलीवरी ऑफ नैचुरल गैस। ये नैचुरल गैस की डिलीवरी की जाऊगी। द प्लेटफॉर्म इज़ फुली ऑटोमेटेड विद वैब बेस्ड इंटरफेस। जोड़ा ये प्लेटफॉर्म है ये बिल्कुल फुली ऑटोमेटेड है with web based interface to provide seamless trading experience to the customers. Okay, the IGX is a digital trading platform that will allow buyers and sellers of natural gas to trade both in the spot market and in the forward market for imported natural gas across 3 hubs. कहंदा जिहड़ा IGX digital trading platform है ਇਹਦੇ ਨਾਲ ਜਿਹੜੇ buyers ਤੇ sellers है natural gas ਦੇ, ठीक है, वो ट्रेड कर पाएंगे स्पोर्ट मार्केट दे विच भी ते फॉरवर्ड मार्केट दे विच भी फॉर इंपोर्टेड नैचुरल गैस अक्रॉस 3 हब्स। केड़े हब्स ने? दहेज एंड हज़ीरा इन गुजरात एंड काकीनडा इन आंध्र प्रदेश। ओके, इंपोर्टेड LNG दैट इज़ लिक्विफाइड नैचुरल गैस विल बी रीगैसीफाइड एंड सोल्ड टू बायर्स थ्रू द एक्सचेंज। ये जिहड़ी इंपोर्ट की होंगी LNG उन्होंने रीगैसीफाई किया जाऊगा तो बायर्स नूं बेचा जाऊगा थ्रू द एक्सचेंज, रिमूविंग रिक्वायरमेंट फॉर बायर्स एंड सैलर्स टू फाइंड ईच अदर। मतलब बायर्स से सैलर्स नूं एक दूजे नूं लभण की जरूरत नहीं पऊगी, ठीक है। जिहड़ी इंपोर्ट की हुई है LNG उन्होंने बायर्स नूं बेचा जाऊगा रीगैसीफाई करके ये प्लेटफॉर्म के जरिए। ओके, सो नेक्स्ट 6th करंट अफेयर है रिगार्डिंग ग्लोबल पार्टनरशिप ऑन आर्टिफिशियल इंटैलीजेंस दैट इज़ GPAI।
ਇੰਡੀਆ ਨੇ ਜੁਆਇਨ ਕੀਤਾ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ੀਅਲ ਇੰਟੈਲੀਜੈਂਸ ਐਜ਼ ਅ ਫਾਊਂਡਿੰਗ ਮੈਂਬਰ ਟੂ ਸਪੋਰਟ ਦ ਰਿਸਪੌਂਸਿਬਲ ਐਂਡ ਹਿਊਮਨ ਸੈਂਟਰਿਕ ਡਿਵੈਲਪਮੈਂਟ ਐਂਡ use of AI, that is artificial intelligence. It is an international multi-stakeholder initiative to guide the responsible development and use of artificial intelligence. ਕੰਦੋਂ ਅਗਰ ਆਪਾਂ GPAI ਦੀ ਗੱਲ ਕਰੀਏ ਤਾਂ ਉਹ ਹੈ ਕੀ? ਇਹ ਇੱਕ ਇੰਟਰਨੈਸ਼ਨਲ ਮਲਟੀ ਸਟੇਕ ਹੋਲਡਰ ਇਨੀਸ਼ੀਏਟਿਵ ਹੈ ਜਿਹੜਾ ਕਿ ਗਾਈਡ ਕਰੂਗਾ ਟੂਵਰਡਸ responsible development and use of AI grounded in human rights, inclusion, diversity, innovation and economic growth. GPAI will be supported by Secretariat to be hosted by Organization for Economic Cooperation and Development in Paris as well as by 2 centers of expertise, one in Montreal and Paris. अगर ये फाउंडिंग मैंबर्स की गल करिए तो किहड़ी कंट्रीज फाउंडिंग मैंबर्स है इहदियां? आस्ट्रेलिया, कैनेडा, फ्रांस, जर्मनी, इंडिया, इटली, जापान, मैक्सीको, न्यूजीलैंड, रिपब्लिक ऑफ कोरिया, सिंगापुर, स्लोवेनिया, द यूनाइटेड किंगडम, यूनाइटेड स्टेट्स ऑफ अमेरिका and European Union. By joining GPAI as a founding member, India will actively participate in the global development of artificial intelligence, leveraging upon its experience around use of digital technology for inclusive growth. ਕਹਿੰਦਾ ਹੁਣ ਇੰਡੀਆ ਨੇ GPAI ਨੂੰ ਐਜ਼ ਅ ਫਾਊਂਡਿੰਗ ਮੈਂਬਰ ਜੁਆਇਨ ਕੀਤਾ ਹੈ। ਇਹਦੇ ਨਾਲ ਜਿਹੜਾ ਇੰਡੀਆ ਹੈ ਉਹ ਐਕਟਿਵਲੀ ਪਾਰਟੀਸਿਪੇਟ ਕਰ ਪਾਊਗਾ ਗਲੋਬਲ ਡਿਵੈਲਪਮੈਂਟ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ। ਇਹਦੇ ਵਿੱਚ ਮੇਨ ਤੁਸੀਂ ਇੱਕ ਤਾਂ ਫਾਊਂਡਿੰਗ ਮੈਂਬਰ ਜਿਹੜੇ ਕੰਟਰੀਜ਼ ਹੈ ਉਹਨਾਂ ਬਾਰੇ ਦੇਖ ਲਿਓ, ਠੀਕ ਹੈ, ਤੇ ਪਤਾ ਹੋਣਾ ਚਾਹੀਦਾ ਵੀ ਕਿਹਦੇ ਨਾਲ ਰਿਲੇਟਿਡ ਹੈ। ਜਿਵੇਂ GPAI ਕਿਹਦੇ ਨਾਲ ਰਿਲੇਟਿਡ ਹੈ? ਬੇਸਿਕਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਰਿਲੇਟਿਡ ਹੈ ਨਾ, ਸੋ ਉਹਦੇ ਬਾਰੇ ਯਾਦ ਰੱਖਿਓ। ਸੋ 7th ਕਰੰਟ ਅਫੇਅਰ ਹੈ ਰਿਗਾਰਡਿੰਗ ਆਇਲ ਸਪਿਲ। ਰੀਸੈਂਟਲੀ ਰਸ਼ੀਆ ਦੇ ਆਰਕਟਿਕ ਰੀਜਨ ਦੇ ਵਿੱਚ ਆਇਲ ਸਪਿਲ ਹੋ ਗਿਆ ਸੀ, ਠੀਕ ਹੈ। ਕਿਹੜੇ ਰੀਵਰ ਦੇ ਵਿੱਚ? ਰੀਵਰ ਦਾ ਨਾਮ ਇੰਪੋਰਟੈਂਟ ਹੈ, ਯਾਦ ਰੱਖਿਓ, ਐਮਬਾਰਨਾਈ ਰੀਵਰ। ਬੇਸਿਕਲੀ ਇਹ ਰੀਵਰ ਦਾ ਜਿਹੜਾ ਵਾਟਰ ਹੈ ਉਹ ਕ੍ਰਿਮਜ਼ਨ ਰੈੱਡ ਕਲਰ ਦਾ ਹੋ ਗਿਆ ਸੀ। ਓਕੇ, ਹੁਣ ਆਪਾਂ ਇਹਦੇ ਬਾਰੇ ਥੋੜ੍ਹਾ ਹੋਰ ਡਿਟੇਲ 'ਚ ਪੜ੍ਹਦੇ ਹਾਂ। ਰਸ਼ੀਆ ਹੈਜ਼ ਡਿਕਲੇਅਰਡ ਅ ਸਟੇਟ ਆਫ ਐਮਰਜੈਂਸੀ ਆਫਟਰ ਅ ਪਾਵਰ ਪਲਾਂਟ fuel leak in its Arctic region caused around 20,000 tons of diesel oil to escape into local river, turning its surface crimson red. ਸੋ ਇਹਦੇ ਵਿੱਚ ਕੀ ਦੱਸਿਆ ਗਿਆ ਹੈ ਕਿ ਰਸ਼ੀਆ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਜਦੋਂ ਇੱਕ ਪਾਵਰ ਪਲਾਂਟ ਤੋਂ ਜਿਹੜਾ ਡੀਜ਼ਲ ਆਇਲ ਹੈ ਉਹ ਰੀਵਰ ਦੇ ਵਿੱਚ ਚਲਾ ਗਿਆ ਤੇ ਜਿਹਦੇ ਕਰਕੇ ਰੀਵਰ ਦਾ ਜਿਹੜਾ ਪਾਣੀ ਹੈ ਉਹ ਕ੍ਰਿਮਜ਼ਨ ਰੈੱਡ ਕਲਰ ਦਾ ਹੋ ਗਿਆ। The oil has been discharged into Embryon River. The river is a part of network that flows into the environmentally sensitive Arctic Ocean. The power plant is located near the region's Norilsk city, around 3,000 km northeast of Moscow. ਕਹਿੰਦਾ ਜਿਹੜਾ ਪਾਵਰ ਪਲਾਂਟ ਹੈ ਜਿੱਥੋਂ ਇਹ ਡਿਸਚਾਰਜ ਹੋਇਆ ਡੀਜ਼ਲ ਆਇਲ, ਠੀਕ ਹੈ, ਇਹ ਕਿੱਥੇ ਲੋਕੇਟਿਡ ਹੈ? ਨੋਰਿਲਸਿਕ ਸਿਟੀ ਦੇ ਵਿੱਚ, ਠੀਕ ਹੈ। ਜਿਹੜਾ ਇਹ ਥਰਮੋ ਇਲੈਕਟ੍ਰਿਕ ਪਾਵਰ ਪਲਾਂਟ ਹੈ ਨੋਰਿਲਸਿਕ ਦੇ ਵਿੱਚ, ਠੀਕ ਹੈ, ਇਹ ਫਰਮਾਫਰੋਸਟ ਦੇ ਉੱਪਰ ਬਣਿਆ ਹੋਇਆ ਹੈ। ਜਿਹੜਾ ਫਰਮਾਫਰੋਸਟ ਹੈ ਉਹ ਕਾਫੀ ਕਲਾਈਮੇਟ ਚੇਂਜ ਹੋਣ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਵੀਕ ਹੋ ਚੁੱਕਾ ਹੈ ਅਤੇ ਇਹਦੇ ਕਰਕੇ ਜਿਹੜੇ ਇਹਦੇ ਪਿਲਰਸ ਹੈ ਜਿਹੜੇ ਸਪੋਰਟ ਕਰਦੇ ਸੀ ਪਲਾਂਟ ਦੇ ਫਿਊਲ ਟੈਂਕ ਨੂੰ, ਉਹ ਸਿੰਕ ਹੋ ਗਏ, ਜਿਹਦੇ ਕਰਕੇ ਰੀਵਰ ਦੇ ਵਿੱਚ ਕੰਟੈਮੀਨੇਸ਼ਨ ਹੋ ਗਈ, ਠੀਕ ਹੈ। ਮਤਲਬ ਜਿਹੜਾ ਡੀਜ਼ਲ ਆਇਲ ਆ ਉਹਨਾਂ ਵਿੱਚੋਂ ਐਸਕੇਪ ਕਰ ਗਿਆ ਅਤੇ ਰੀਵਰ ਨੂੰ ਉਹਨੇ ਕੰਟੈਮੀਨੇਟ ਕਰਤਾ। ਓਕੇ, ਰਿਪੋਰਟਸ ਦੇ ਮੁਤਾਬਿਕ 20,000 ਟਨਸ ਹੈ ਜਿਹੜਾ ਡੀਜ਼ਲ ਆਇਲ ਉਹ ਰਿਲੀਜ਼ ਹੋਇਆ ਹੈ ਐਮਬਰਾਇਨ ਰੀਵਰ ਦੇ ਵਿੱਚ, ਠੀਕ ਹੈ। ਕੁਝ ਜ਼ਿਆਦਾ ਇੰਪੋਰਟੈਂਟ ਫੈਕਟ ਨਹੀਂ ਹੈਗਾ, ਬਸ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਇਲ ਸਪਿਲ ਹੈ ਜਿਹੜਾ ਕਿੱਥੇ ਹੋਇਆ ਅਤੇ ਕਿਉਂ ਹੋਇਆ। ਉਹ ਤੋਂ ਬਾਅਦ ਨੈਕਸਟ 8th ਕਰੰਟ ਅਫੇਅਰ ਹੈ ਰਿਗਾਰਡਿੰਗ ਇਨਵਾਇਰਮੈਂਟਲ ਪਰਫੋਰਮੈਂਸ ਇੰਡੈਕਸ। 12th ਐਡੀਸ਼ਨ ਹੈ ਜਿਹੜਾ ਇਨਵਾਇਰਮੈਂਟ ਪਰਫੋਰਮੈਂਸ ਇੰਡੈਕਸ ਦਾ ਉਹਨੂੰ ਰਿਲੀਜ਼ ਕੀਤਾ ਗਿਆ, ਠੀਕ ਹੈ। ਇਹ ਇੰਡੈਕਸ ਦੇ ਵਿੱਚ ਟੋਟਲ 180 ਕੰਟਰੀਜ਼ ਨੂੰ 32 ਇੰਡੀਕੇਟਰਸ ਦੇ ਉੱਪਰ ਰੈਂਕਿੰਗ ਦਿੱਤੀ ਗਈ ਅਕ੍ਰੋਸ 11 ਕੈਟੇਗਰੀਜ਼, ਠੀਕ ਹੈ, ਜਿਹਦੇ ਵਿੱਚ ਇਨਵਾਇਰਮੈਂਟਲ ਹੈਲਥ ਅਤੇ ਇਕੋਸਿਸਟਮ ਵੈਟੀਲਿਟੀ ਨੂੰ ਕਵਰ ਕੀਤਾ ਗਿਆ। ਇੰਡੀਆ ਦੀ ਅਗਰ ਆਪਾਂ ਗੱਲ ਕਰੀਏ, ਇੰਡੀਆ ਦਾ ਰੈਂਕ ਕਿੰਨਾ ਆ? 168th 180 ਚੋਂ। The country scored 27.6 out of 100 in 2020 index. India scored below the regional average score on all the 5 key parameters on environment health, including air quality, sanitation, drinking water, heavy metals, waste management. ਇਹਨਾਂ ਸਾਰੀ ਕੈਟੇਗਰੀਜ਼ ਦੇ ਵਿੱਚੋਂ ਜਿਹੜਾ ਇੰਡੀਆ ਦਾ ਸਕੋਰ ਹੈ ਉਹ ਕਾਫੀ ਜ਼ਿਆਦਾ ਘੱਟ ਆਇਆ ਹੈ, ਬਿਲੋ ਐਵਰੇਜ ਆਇਆ ਹੈ। ਓਕੇ, it has also scored below the regional average on parameters related to biodiversity, ecosystem ਦੇ ਮਾਮਲੇ 'ਚ ਵੀ ਇੰਡੀਆ ਦਾ ਸਕੋਰ ਕੁਛ ਅੱਛਾ ਨਹੀਂ ਹੈ। Among South Asian countries, India was at 2nd position, that is rank 106 after Pakistan on climate change. ਕਹਿੰਦਾ ਅਗਰ ਆਪਾਂ ਸਾਊਥ ਏਸ਼ੀਅਨ ਕੰਟਰੀਜ਼ ਦੀ ਗੱਲ ਕਰੀਏ ਤਾਂ ਇੰਡੀਆ ਦਾ ਰੈਂਕ ਹੈ ਜਿਹੜਾ ਉਹ 106th ਪੋਜੀਸ਼ਨ 'ਤੇ ਕਲਾਈਮੇਟ ਚੇਂਜ ਦੇ ਮਾਮਲੇ ਦੇ ਵਿੱਚ, ਅਤੇ ਉਹ 2nd ਹੈ ਆਫਟਰ ਪਾਕਿਸਤਾਨ।
ऑल साउथ एशियन कंट्रीज एक्सैप्ट अफगानिस्तान वर हैड ऑफ इंडिया इन द रैंकिंग। जिन्नियां भी साउथ एशियन कंट्रीज़ हैं अफगानिस्तान नूं छड्ड के वो सारियां इंडिया तो उपर है रैंकिंग दे विच। ओके, इहदे विच मेनली तुहानूं इंडिया दा रैंक पता होना चाहिए किन्ना है 168th। ਉਹ ਤੋਂ ਬਾਅਦ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਵਰਲਡ ਡੇ ਟੂ ਕੰਬੈਟ ਡੈਜ਼ਰਟੀਫਿਕੇਸ਼ਨ ਐਂਡ ਡਰਾਊਟਸ। ਸਭ ਤੋਂ ਪਹਿਲਾਂ ਜਿਹੜਾ ਦਿਨ ਆ ਉਹ ਕਦੋਂ ਮਨਾਉਂਦੇ ਆ 17 ਜੂਨ ਨੂੰ ਮਨਾਉਂਦੇ ਆ। ਥੀਮ ਕੀ ਸੀ ਇਸ ਸਾਰੀ ਦਾ ਫੂਡ ਫੈਡ ਫਾਈਬਰ ਦ ਲਿੰਕਸ ਬਿਟਵੀਨ ਕੰਜ਼ੰਪਸ਼ਨ ਐਂਡ ਲੈਂਡ। ਨੈਕਸਟ ਕੇ ਦਿਸ ਡੇ ਵਾਸ ਪ੍ਰੋਕਲੇਮਡ ਬਾय द यूनाइटेड नेशन जनरल असेंबली रेजोल्यूशन in 1995 after the day when यूनाइटेड नेशन कन्वेंशन टू कंबैट डेजर्टिफिकेशन was drafted। ਕਹਿੰਦਾ ਜਿਹੜਾ ਇਹ ਡੇ ਹੈ ਉਹਨੂੰ ਕਿਹਨੇ ਪ੍ਰੋਕਲੇਮ ਕੀਤਾ ਸੀ यूनाइटेड नेशन जनरल असेंबली ने। ठीक है, ਜਦੋਂ यूनाइटेड नेशन कन्वेंशन टू कंबैट डेजर्टिफिकेशन ਨੂੰ ਡਰਾਫਟ ਕੀਤਾ ਗਿਆ ਉਹ ਤੋਂ ਬਾਅਦ यूनाइटेड नेशन जनरल असेंबली ने ਕਿਹਾ ਕਿ ਇਹ ਦਿਨ ਐਵੇਂ ਮਨਾਇਆ ਜਾਊਗਾ। ਸੋ ਡੈਜ਼ਰਟੀਫਿਕੇਸ਼ਨ ਦਾ ਅਗਰ ਆਪਾਂ ਮਤਲਬ ਦੇਖੀਏ ਕੀ ਹੁੰਦਾ ਹੈ, ਡੈਜ਼ਰਟੀਫਿਕੇਸ਼ਨ ਇਜ਼ ਦਾ ਡਿਗਰੇਡੇਸ਼ਨ ਆਫ ਲੈਂਡ ਇਨ ਐਰਿਡ, ਸੈਮੀ ਐਰਿਡ ਐਂਡ ਡਰਾਈ ਸਬ ਹਿਊਮਿਡ ਏਰੀਆਜ਼। ਇਟ ਇਜ਼ ਕਾਜ਼ਡ primarily by human activities and climatic variations। desertification does not refer to expansion of existing deserts। देखो की है कहता अगर आप गल करिए डेजर्टिफिकेशन का मतलब ये नहीं होंदा हैगा कि रेगिस्तान का जिहड़ा इलाका है होर एक्सपैंड हो गया, नहीं। ਇਹਦਾ मतलब ਕੀ ਹੁੰਦਾ ਹੈ ਜਿਹੜੇ ਐਰਿਡ, ਸੈਮੀ ਐਰਿਡ ਜਾਂ ਸਬ ਹਿਊਮਿਡ ਏਰੀਆਜ਼ ਹੈ, ਡਰਾਈ ਸਬ ਹਿਊਮਿਡ ਏਰੀਆਜ਼ ਹੈ, ਉਹਨਾਂ ਦਾ डिग्रेडेशन होना, उन्होंने होर खराब होना। ठीक है, तो क्यों होंदा है? जनरली ह्यूमन एक्टिविटीज़ की वजह तो होंदा है या फिर क्लाइमेटिक वेरीएशंस की वजह तो होंदा है। सो ये काफ़ी इंपॉर्टेंट क्वेश्चन है। वर्ल्ड डे टू कम्बैट डेजर्टिफिकेशन एंड ड्राउट्स किस दिन सैलीब्रेट करते हैं? 17 जून। ओके, सो नेक्स्ट है रिगार्डिंग वर्ल्ड क्रोकोडाइल डे। वर्ल्ड क्रोकोडाइल डे किस दिन मनाते हैं? 17 जून को ही मनाते हैं, जिस दिन आप वर्ल्ड डे टू कंबैट डेजर्टिफिकेशन एंड ड्राउट सैलीब्रेट करते हैं। ठीक है, हुण ये दिन क्यों मनाते हैं? ताकि ग्लोबल लैवल पर अवेयरनैस फैले कि आपां ने क्रोकोडाइल्स ते एलीगेटर्स जो कि इंडेंजर्ड कैटेगरी दे विच ने उन्होंने बचाना है। ओके, अगर आप इंडिया की गल करिए, इंडिया दे विच आपां नूं 3 क्रोकोडाइल दी स्पीशीज़ मिलदियां ने। किहड़ियां ने? मगर और मार्श क्रोकोडाइल, एस्चुरीन और सॉल्ट वाटर क्रोकोडाइल, ते थर्ड है घड़ियाल्स। ओके, नैक्सट करंट अफेयर है डी कार्बोनाइजिंग ट्रांसपोर्ट प्रोजैक्ट। सब तो पहला तो यह पता होना चाहिए कि किन्ना ने मिलके इन्हूं इंडिया दे विच लॉन्च किया है। सब तो पहला इंस्टीट्यूट है नीति आयोग एंड सैकेंड इज़ इंटरनेशनल ट्रांसपोर्ट फॉर्म ऑफ OECD। ओके, इन्होंने दोनों ने मिलके प्रोजैक्ट चलाया इंडिया दे विच। अगर आप प्रोजैक्ट की गल करिए, ये बेसिकली एक एंबीशियस 5 ईयर प्रोजैक्ट है ਜਿਹੜਾ कि हैल्प करूगा इंडिया नूं कि इंडिया जिहड़ा है वो मूव करे लो कार्बन ट्रांसपोर्ट सिस्टम दी और किवें डेवलप करके मॉडलिंग टूल्स नूं ते पॉलिसी सिनेरियोज़ नूं। ओके, जिहड़ा प्रोजैक्ट है ये बेसिकली डिज़ाइन करूगा टेलर मेड ट्रांसपोर्ट एमिशन असैसमेंट फ्रेमवर्क इंडिया दे लई। द इंडिया प्रोजैक्ट इज़ कैरिड आउट इन वाइडर कॉन्टैक्सट ऑफ द इंटरनेशनल ट्रांसपोर्ट फॉर्म्स डीकार्बोनाइजिंग ट्रांसपोर्ट इनिशिएटिव। ये कुछ ज़्यादा इंपॉर्टेंट नहीं है, बस आप मेन याद रखियो कि किन्ना ने मिलके चलाया तो क्यों चलाया। सो 12th करंट अफेयर है रिगार्डिंग किसान सभा ऐप। सब तो पहले आप गल करते हैं जी ऐप है वो किने डेवलप की है? CSIR ने की है। ठीक है, दैट इज़ सेंट्रल रोड रिसर्च इंस्टीट्यूट न्यू दिल्ली। क्यों की है? ताकि जोड़े फार्मर्स हैं उन्होंने कनैक्ट किया जाए सप्लाई चेन दे नाल ते नाल अच्छी ट्रांसपोर्ट फैसिलिटीज़ दे नाल। ठीक है, हुण कहंदा जिहड़ी ये ऐप है वो हैल्प करूगी अलग अलग एंटिटीज़ नूं जिहड़ी कि फार्मिंग सैक्टर दे नाल या फिर बोल सकते हैं आप एग्रीकल्चर दे नाल जुड़ियां होईयां ने। फॉर एग्जाम्पल अगर आप फार्मर की गल करिए तो फार्मर नूं की हैल्प करू, क्योंकि तुहानूं दस्सिया ना सप्लाई चेन नाल भी जोड़ू फार्मर नूं ते उहनूं अच्छी ट्रांसपोर्ट फैसिलिटीज़ भी मिलणगियां। सो अगर फार्मर नूं सप्लाई चेन नाल जोड़ रही है ये ऐप, ठीक है, तो फार्मर नूं अपनी क्रॉप्स की अच्छी कीमत मिल रही है। उस तो बाद अगर आप कोई गल करिए मंडी डीलर की, उन्होंने की है ਉਹਦਾ अच्छा कॉन्टैक्ट हो रहा है फार्मर्स के नाल ये ऐप के थ्रू। ठीक है, कोई भी ट्रक ड्राइवर है नहीं तो उन्होंने मंडी तो एवं खाली हाथ जाना पैंदा है, उन्होंने कोई फार्मर नहीं मिलता जिहड़ा कि ਉਹਦੀ सर्विस का यूज़ कर सके। ठीक है, सो फार्मर्स नूं इत्थों अच्छी ट्रांसपोर्टेशन सिस्टम भी मिल रही है। सो जिहड़ा ट्रक ड्राइवर नहीं तो वैसे वो एम्प्टी हैंड जाता है मंडी चों, सो उन्होंने की मिल जूगा? उन्होंने एक कस्टमर मिल जूगा जिहदा वो समान पहुँचा सकता है। ठीक है, सो इस तरीके नाल ये हैल्प अलग अलग एंटिटीज़ जिहड़ी कि रिलेटिड एग्रीकल्चर नाल उन्हां नूं भी हैल्प करू। उस तो बाद नैक्सट सो 13th करंट अफेयर है रिगार्डिंग स्टायरीन गैस लीक केस। आंध्र प्रदेश दे विच LG पॉलीमर्स
यूनिट ਦੇ ਵਿੱਚ ਇੱਕ ਇਨਸੀਡੈਂਟ ਹੋ ਗਿਆ ਸੀ ਬੇਸਿਕਲੀ ਜਿਹੜੀ ਸਟਾਇਰੀਨ ਗੈਸ ਆ ਉੱਥੇ ਉਹ ਲੀਕ ਹੋ ਗਈ ਸੀ ਠੀਕ ਹੈ ਸੋ ਸਟਾਇਰੀਨ ਗੈਸ ਇਸ ਲਈ ਨਿਊਜ਼ 'ਚ ਸੀ ਸੋ ਤੁਸੀਂ ਇਸ ਗੈਸ ਦੇ ਬਾਰੇ ਕੁਝ ਬੇਸਿਕ ਡਿਟੇਲਸ ਯਾਦ ਰੱਖਿਓ ਤੇ ਇਹ ਵੀ ਯਾਦ ਰੱਖਿਓ ਵੀ ਕਿੱਥੇ ਹੋਇਆ ਸੀ ਇਹ ਇਨਸੀਡੈਂਟ ਐਲਜੀ ਪੋਲੀਮਰਸ ਯੂਨਿਟ ਆਂਧਰਾ ਪ੍ਰਦੇਸ਼ ਓਕੇ ਹੁਣ ਦੇਖੋ ਅਗਰ ਆਪਾਂ ਗੈਸ ਦੇ ਬਾਰੇ ਗੱਲ ਕਰੀਏ ਇਟਸ ਐਨ ਆਰਗੈਨਿਕ ਕੰਪਾਊਂਡ ਯੂਜ਼ਡ ਇਨ ਦ ਪ੍ਰੋਡਕਸ਼ਨ ਆਫ ਪੋਲੀਮਰ ਪਲਾਸਟਿਕਸ ਐਂਡ ਰੇਜ਼ਨਸ is manufactured in the petrochemical refineries ਕਹਿੰਦਾ ਜਿਹੜੀ ਇਹ ਸਟਾਇਰੀਨ ਗੈਸ ਹੈ ਇੱਕ ਆਰਗੈਨਿਕ ਕੰਪਾਊਂਡ ਹੈ ਜਿਹਨੂੰ ਕਿ ਪੋਲੀਮਰ ਪਲਾਸਟਿਕ ਰੇਜ਼ਨਸ ਬਣਾਉਣ ਦੇ ਲਈ ਜਿਹਦਾ ਯੂਜ਼ ਕੀਤਾ ਜਾਂਦਾ ਹੈ ਇਟ ਇਜ਼ ਪੋਇਜ਼ਨਸ ਇਨਫਲੇਮੇਬਲ ਗੈਸ ਇਹ ਪੋਇਜ਼ਨਸ ਹੈ ਤੇ ਇਨਫਲੇਮੇਬਲ ਗੈਸ ਹੈ ਇਟ ਇਜ਼ ਆਲਸੋ ਨੋਨ ਐਜ਼ PVC ਗੈਸ ਇਹਨੂੰ PVC ਗੈਸ ਵੀ ਬੋਲਦੇ ਹਨ ਦੈਟ ਇਜ਼ ਪੋਲੀਵਿਨਾਈਲ ਕਲੋਰਾਈਡ ਐਜ਼ ਇਟ ਇਜ਼ ਯੂਜ਼ ਇਨ ਦ ਪ੍ਰੋਡਕਸ਼ਨ ਆਫ PVC ਸੋ PVC ਨੂੰ ਬਣਾਉਣ ਦੇ ਲਈ ਇਹ ਗੈਸ ਦਾ ਯੂਜ਼ ਕੀਤਾ ਜਾਂਦਾ ਇਸ ਲਈ ਇਹਨੂੰ PVC ਗੈਸ ਵੀ ਬੋਲਦੇ ਆ ਸਟਾਇਰੀਨ ਇਜ਼ 20th ਮੋਸਟ ਯੂਜ਼ਡ ਕੈਮੀਕਲ ਇਨ ਦ ਵਰਲਡ ਅਕੋਰਡਿੰਗ ਟੂ ਵਰਲਡ ਹੈਲਥ ਆਰਗੇਨਾਈਜੇਸ਼ਨ WHO ਦੇ ਮੁਤਾਬਿਕ ਜਿਹੜੀ ਸਟਾਇਰੀਨ ਹੈ ਉਹ 20th ਮੋਸਟ ਯੂਜ਼ਡ ਕੈਮੀਕਲ ਹੈ ਵਰਲਡ ਦੇ ਵਿੱਚ ਓਕੇ ਉਹ ਤੋਂ ਬਾਅਦ ਸੋ ਨੈਕਸਟ 14 ਕਰੰਟ ਅਫੇਅਰ ਹੈ 59 ਚਾਈਨੀਜ਼ ਐਪਸ ਉੱਪਰ ਬੈਨ ਲਗਾਇਆ ਗਿਆ ਸੀ ਤੇ ਹੁਣ 47 ਹੋਰ ਐਸੀਆਂ ਐਪਸ ਹੈ ਜਿਨ੍ਹਾਂ ਉੱਪਰ ਬੈਨ ਲਗਾਇਆ ਗਿਆ ਸੋ ਟੋਟਲ ਕਿੰਨੀ ਹੋ ਗਿਆ 106 ਐਪਸ ਹੋ ਗਈਆਂ ਅੱਜ ਦੇ ਟਾਈਮ 'ਤੇ ਹੁਣ ਬੈਨ ਲਗਾਉਣ ਦਾ ਕਾਰਨ ਕੀ ਸੀ ਬਿਕੋਜ਼ ਇਹ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਇਹ ਐਪਸ ਦੇ ਰਾਹੀਂ ਜਿਹੜਾ ਡਾਟਾ ਹੈ ਇੰਡੀਆ ਦਾ ਜਿਹੜੀ ਇਨਫੋਰਮੇਸ਼ਨ ਹੈ ਉਹ ਬਾਹਰ ਲੀਕ ਹੋ ਰਹੀ ਹੈ ਸੋ ਇਸ ਕਰਕੇ ਸਿਕਿਉਰਿਟੀ ਪਰਪਸ ਦੇ ਲਈ ਇਹ ਐਪਸ ਦੇ ਉੱਪਰ ਬੈਨ ਲਗਾਇਆ ਗਿਆ ਬਸ ਤੁਸੀਂ ਇੰਨਾ ਯਾਦ ਰੱਖੋ 15 ਕਰੰਟ ਅਫੇਅਰ ਹੈ ਰਿਗਾਰਡਿੰਗ ਕੁਇਨਾਈਨ ਨੌਨ ਗਲੈਡਿਓ ਇਹ ਬੇਸਿਕਲੀ ਹੈ ਕਿ ਇਹ ਵਿਲੇਜ ਹੈ ਮੇਘਾਲਿਆ ਦੇ ਵਿੱਚ ਇਟ ਇਜ਼ ਨੇਮਡ ਆਫਟਰ ਦ ਐਲਕੋਇਡ ਕੁਇਨਾਈਨ ਐਕਸਟ੍ਰੈਕਟਿਡ ਫਰੋਮ ਦ ਬਾਰਕ ਆਫ ਸਿਨਕੋਨਾ ਟਰੀ ਬਹੁਤ ਹੀ ਜ਼ਿਆਦਾ ਕਾਮਨ ਕੁਐਸਚਨ ਹੈ ਐਗਜ਼ਾਮ ਦੇ ਵਿੱਚ ਕਿ ਜਿਹੜਾ ਕੁਇਨਾਈਨ ਹੈ ਉਹ ਆਪਾਂ ਨੂੰ ਕਿੱਥੋਂ ਮਿਲਦਾ ਹੈ ਸਿਨਕੋਨਾ ਟਰੀ ਦੀ ਬਾਰਕ ਚੋਂ ਅ ਪਲਾਂਟ ਬਿਲੋਂਗਿੰਗ ਟੂ ਦ ਰੂਬੀਏਸ਼ੀ ਫੈਮਿਲੀ ਐਂਡ ਕਲਾਸੀਫਾਈਡ ਐਜ਼ ਈਦਰ ਅ ਲਾਰਜ ਸ਼ਰਬ ਔਰ ਅ ਸਮਾਲ ਟਰੀ ਜਿਹੜੀ ਇਹ ਪਲੇਸ ਹੈ ਉਹਨੂੰ ਕੁਇਨਾਈਨ ਕਿਉਂ ਬੋਲਦੇ ਆ ਬਿਕੋਜ਼ ਆਫ ਪਲਾਂਟੇਸ਼ਨ ਇੱਥੇ ਟਰੀਜ਼ ਦੀ ਬਹੁਤ ਜ਼ਿਆਦਾ ਪਲਾਂਟੇਸ਼ਨ ਕੀਤੀ ਜਾਂਦੀ ਹੈ ਠੀਕ ਹੈ ਮੇਨ ਤੁਸੀਂ ਇਹ ਯਾਦ ਰੱਖਣਾ ਹੈ ਕਿ ਨਿਊਜ਼ 'ਚ ਸੀ ਕਿਉਂ ਸੀ ਇਹ ਹੈ ਕਿ ਇਹ ਬੇਸਿਕਲੀ ਵਿਲੇਜ ਹੈ ਮੇਘਾਲਿਆ ਦੇ ਵਿੱਚ ਕੁਇਨਾਈਨ ਨੌਨ ਗਲੈਡਿਓ ਓਕੇ ਉਹ ਤੋਂ ਬਾਅਦ ਨੈਕਸਟ 16 ਕਰੰਟ ਅਫੇਅਰ ਰਿਗਾਰਡਿੰਗ ਗੋਲ ਪ੍ਰੋਗਰਾਮ ਗੋਲ ਦੀ ਫੁੱਲ ਫਾਰਮ ਕੀ ਹੈ ਗੋਇੰਗ ਔਨਲਾਈਨ ਐਜ਼ ਲੀਡਰਸ ਠੀਕ ਹੈ ਜਿਹੜਾ ਇਹ ਪ੍ਰੋਗਰਾਮ ਹੈ ਉਹਨੂੰ ਲਾਂਚ ਕੀਤਾ ਮਿਨਿਸਟਰੀ ਆਫ ਟਰਾਈਬਲ ਅਫੇਅਰਸ ਨੇ ਕਿਹਦੇ ਨਾਲ ਮਿਲ ਕੇ ਫੇਸਬੁੱਕ ਦੇ ਨਾਲ ਇਹਦਾ ਮੇਨ ਏਮ ਕੀ ਹੈ ਟੂ ਪ੍ਰੋਵਾਈਡ ਮੈਂਟਰਸ਼ਿਪ ਟੂ ਟਰਾਈਬਲ ਯੂਥ ਥਰੂ ਡਿਜੀਟਲ ਮੋਡ ਦੇ ਜ਼ਰੀਏ ਜਿਹੜੇ ਟਰਾਈਬਲ ਯੂਥਸ ਹੈ ਉਹਨਾਂ ਨੂੰ ਮੈਂਟਰਸ਼ਿਪ ਪ੍ਰੋਵਾਈਡ ਕਰਨਾ ਅੰਡਰ ਦਿਸ 5000 ਯੰਗ ਟਰਾਈਬਲ ਐਂਟਰਪ੍ਰੈਨਿਓਰਸ ਪ੍ਰੋਫੈਸ਼ਨਲਸ ਆਰਟੀਸਨਸ ਆਰਟਿਸਟ ਵਿਲ ਬੀ ਟ੍ਰੇਨਡ ਬਾਈ ਐਕਸਪਰਟਸ ਫਰਮ ਡਿਫਰੈਂਟ ਡਿਸਿਪਲਿਨਸ ਔਨ ਡਿਜੀਟਲ ਸਕਿੱਲਸ ਅੰਡਰ ਡਿਜੀਟਲ ਐਂਟਰਪ੍ਰੈਨਿਓਰਸ਼ਿਪ ਪ੍ਰੋਗਰਾਮ ਕਹਿੰਦਾ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਅੰਡਰ 5000 ਯੰਗ ਟਰਾਈਬਲ ਐਂਟਰਪ੍ਰੈਨਿਓਰਸ ਪ੍ਰੋਫੈਸ਼ਨਲਸ ਆਰਟੀਸਨਸ ਆਰਟਿਸਟ ਨੂੰ ਟ੍ਰੇਨ ਕੀਤਾ ਜਾਊਗਾ ਡਿਫਰੈਂਟ ਡਿਸਿਪਲਿਨ ਦੇ ਐਕਸਪਰਟਸ ਦੇ ਰਾਹੀਂ ਠੀਕ ਹੈ ਡਿਜੀਟਲ ਸਕਿੱਲਸ ਦੇ ਉੱਪਰ ਅੰਡਰ ਡਿਜੀਟਲ ਐਂਟਰਪ੍ਰੈਨਿਓਰਸ਼ਿਪ ਪ੍ਰੋਗਰਾਮ ਉਹ ਤੋਂ ਬਾਅਦ ਨੈਕਸਟ ਹੈਂਕੋ ਨਿਊਜ਼ ਸੀ ਕਾਫੀ ਜ਼ਿਆਦਾ ਹੈਂਕੋ ਹੈ ਕੀ ਬਸ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਹੈ ਕਿ ਹੈਂਕੋ ਕੀ ਚੀਜ਼ ਹੈ ਇਟ ਇਜ਼ ਪਰਸਨਲ ਸਟੈਂਪ ਜਰਨਲੀ ਮੇਡ ਫਰੋਮ ਵੁੱਡ ਔਰ ਪਲਾਸਟਿਕ ਹੈਂਕੋ ਬੇਸਿਕਲੀ ਇੱਕ ਸਟੈਂਪ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹਨੂੰ ਕਿ ਵੁੱਡ ਜਾਂ ਪਲਾਸਟਿਕ ਦੇ ਨਾਲ ਬਣਾਇਆ ਜਾਂਦਾ ਹੈ ਸਮੋਲ ਸਾਈਜ਼ ਐਂਡ ਸਰਕੂਲਰ ਔਰ ਸਕੁਆਇਰ ਸ਼ੇਪ ਇਹ ਛੋਟੇ ਜਿਹੇ ਸਾਈਜ਼ ਦੀਆਂ ਹੁੰਦੀਆਂ ਸਕੁਆਇਰ ਜਾਂ ਫਿਰ ਸਰਕੂਲਰ ਸ਼ੇਪ ਦੀਆਂ ਹੁੰਦੀਆਂ ਨੇ ਦ ਸਟੈਂਪ ਇਜ਼ ਵੈਟ ਬਾਈ ਇੰਕ ਪੈਡ ਜਿਹੜਾ ਸਟੈਂਪ ਹੈ ਜਿਹੜੇ ਇੰਕ ਪੈਡ ਦੇ ਨਾਲ ਵੈਟ ਕੀਤਾ ਜਾਂਦਾ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ ਸ਼ੂਨਿਕੋ ਠੀਕ ਹੈ ਐਂਡ ਦ ਮਾਰਕ ਜਿਹੜਾ ਇਹ ਛੱਡਦੀ ਹੈ ਕਿਸੇ ਡਾਕੂਮੈਂਟ 'ਤੇ ਜਿਵੇਂ ਆ ਮਾਰਕ ਹੈ ਇਹ ਮਾਰਕ ਨੂੰ ਕੀ ਬੋਲਦੇ ਹੈ ਇਨਕਨ ਓਕੇ ਇਹ ਬੇਸਿਕਲੀ ਜੈਪਨੀਜ਼ ਵਰਡਸ ਹੈ ਸੋ ਤੁਸੀਂ ਇਹ ਯਾਦ ਰੱਖਿਓ ਇਟ ਇਜ਼ ਯੂਜ਼ਡ ਫॉर ਆਥੋਰਾਈਜ਼ਿੰਗ ਆਫੀਸ਼ੀਅਲ ਡਾਕੂਮੈਂਟਸ ਰੇਂਜਿੰਗ ਫਰਮ ਕੰਟਰੈਕਟਸ ਮੈਰਿਜ ਰਜਿਸਟ੍ਰੇਸ਼ਨ ਐਂਡ ਈਵਨ ਡਿਲੀਵਰੀ ਸਲਿਪਸ ਓਕੇ ਬਸ ਤੁਸੀਂ ਕੀ ਯਾਦ ਰੱਖਣਾ ਹੈ ਕਿ ਅਗਰ ਤੁਹਾਨੂੰ ਪੁੱਛਿਆ ਜਾਵੇ ਹੈਂਕੋ ਟਰਮ ਨਿਊਜ਼ ਸੀ ਇਹ ਹੈ ਕਿ ਇਹ ਬੇਸਿਕਲੀ ਪਰਸਨਲ ਸਟੈਂਪ ਹੈ ਜਿਹਨੂੰ ਵੁੱਡ ਜਾਂ ਪਲਾਸਟਿਕ ਦੇ ਨਾਲ ਬਣਾਇਆ ਸੋ 18th ਕਰੰਟ ਅਫੇਅਰ ਹੈ ਕਿ ਗਵਰਨਮੈਂਟ ਨੇ ਰੀਸੈਂਟਲੀ MSMEs ਦੀ ਡੈਫੀਨੇਸ਼ਨ ਨੂੰ ਚੇਂਜ ਕੀਤਾ ਠੀਕ ਹੈ MSME ਦਾ ਮਤਲਬ ਕੀ ਹੁੰਦਾ ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਸੋ ਹੁਣ ਦੇਖੋ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਮਾਈਕਰੋ ਦੀ ਹੁਣ ਡੈਫੀਨੇਸ਼ਨ ਨੂੰ ਕੀ ਕੀਤਾ ਗਿਆ ਐਨੀ ਫਰਮ ਜਿਹਦੀ ਇਨਵੈਸਟਮੈਂਟ 1 ਕਰੋੜ ਰੁਪੀਜ਼ ਤੱਕ ਹੈ ਅਤੇ ਟਰਨ ਓਵਰ 5 ਕਰੋੜ ਰੁਪੀਜ਼ ਤੱਕ ਹੈ ਠੀਕ ਹੈ ਉਹਨੂੰ ਮਾਈਕਰੋ ਬੋਲਿਆ ਜਾਊਗਾ
a company with investment up to 10 crore and turnover up to 50 crore ਉਹਨੂੰ ਬੋਲਿਆ ਹੋਊਗਾ small। ਤੇ ਕੋਈ ਵੀ ਫਰਮ ਜਿਹਦੀ ਇਨਵੈਸਟਮੈਂਟ 50 ਕਰੋੜਸ ਤੱਕ ਦੀ ਹੈ ਤੇ ਟਰਨਓਵਰ 200 ਕਰੋੜ ਤੱਕ ਦਾ, ਉਹਨੂੰ ਮੀਡੀਅਮ ਕੈਟੇਗਰੀ ਦੇ ਵਿੱਚ ਕਲਾਸੀਫਾਈ ਕੀਤਾ ਜਾਊਗਾ। ਸੋ ਅਗਰ ਆਪਾਂ ਇੱਥੇ ਇਨਵੈਸਟਮੈਂਟ ਲਿਖੀਏ, ਇੱਥੇ ਟਰਨਓਵਰ ਲਿਖੀਏ ਤੇ ਇੱਥੇ ਆਪਾਂ ਕੈਟੇਗਰੀ ਲਿਖ ਲੈਂਦੇ ਹਾਂ। ਠੀਕ ਹੈ, ਇੱਕ ਟੇਬਲ ਬਣਾ ਲੈਂਦੇ ਹਾਂ ਤਾਂ ਕਿ ਤੁਹਾਨੂੰ ਅੱਛੇ ਤਰੀਕੇ ਨਾਲ ਯਾਦ ਹੋ ਜੇ। ਹੁਣ ਦੇਖੋ, ਕੋਈ ਵੀ ਐਸੀ ਫਰਮ ਜਿਹਦੀ ਇਨਵੈਸਟਮੈਂਟ ਹੈ ਰੁਪੀਜ਼ ਅਪ ਟੂ ਰੁਪੀਜ਼ 1 ਕਰੋੜ ਅਤੇ ਉਹਦਾ ਜਿਹੜਾ ਟਰਨਓਵਰ ਹੈ ਉਹ ਹੈਗਾ ਅੰਡਰ ਰੁਪੀਜ਼ 5 ਕਰੋੜ। ਠੀਕ ਹੈ, ਸੋ ਉਸ ਫਰਮ ਨੂੰ ਆਪਾਂ ਕੀ ਬੋਲਾਂਗੇ? ਮਾਈਕਰੋ। ਸੈਕਿੰਡ ਕੈਟੇਗਰੀ ਹੈ ਕੋਈ ਵੀ ਐਸੀ ਕੰਪਨੀ ਜਿਹਦੀ ਇਨਵੈਸਟਮੈਂਟ ਹੈ ਅਪ ਟੂ ਰੁਪੀਜ਼ 10 ਕਰੋੜ ਅਤੇ ਉਹਦਾ ਟਰਨਓਵਰ ਹੈ ਅਪ ਟੂ ਰੁਪੀਜ਼ 50 ਕਰੋੜ, ਉਹਨੂੰ ਕੀ ਬੋਲਾਂਗੇ? ਸਮੋਲ। ਥਰਡ ਕੀ ਹੈ? ਕੋਈ ਵੀ ਫਰਮ ਜਿਹਦੀ ਇਨਵੈਸਟਮੈਂਟ ਹੈ ਅਪ ਟੂ ਰੁਪੀਜ਼ 50 ਕਰੋੜ ਐਂਡ ਟਰਨਓਵਰ ਹੈ ਅੰਡਰ ਰੁਪੀਜ਼ 200 ਕਰੋੜ, ਉਹਨੂੰ ਕੀ ਬੋਲਾਂਗੇ? ਹੁਣ ਤੁਸੀਂ ਇੱਕ ਚੀਜ਼ ਦੇਖ ਸਕਦੇ ਹੋ, ਇਨਵੈਸਟਮੈਂਟ ਅਤੇ ਟਰਨਓਵਰ ਦੇ ਵਿੱਚ, ਮਾਈਕਰੋ ਸਮੋਲ ਦੇ ਵਿੱਚ, ਠੀਕ ਹੈ, ਇਨਵੈਸਟਮੈਂਟ ਇੱਥੇ ਰੁਪੀਜ਼ 1 ਕਰੋੜ ਹੈ ਅਤੇ ਟਰਨਓਵਰ ਹੈ ਅਪ ਟੂ ਰੁਪੀਜ਼ 5 ਕਰੋੜ। ਸੋ ਤੁਸੀਂ ਇਹਦੇ ਵਿੱਚ ਅਗਰ 0 ਲਗਾ ਦੋਗੇ, ਠੀਕ ਹੈ, ਤਾਂ ਉਹ ਕਿਹਦੀ ਆ ਜਾਊਗੀ? ਸਮੋਲ ਦੀ। ਸੋ ਤੁਸੀਂ ਐਵੇਂ ਕੁਛ ਯਾਦ ਰੱਖ ਸਕਦੇ ਹੋ ਥੋੜੀ ਟ੍ਰਿਕ ਅਪਣਾ ਕੇ। 19th ਕਰੰਟ ਅਫੇਅਰ ਹੈ ਰਿਗਾਰਡਿੰਗ ਲੇਬਰ ਡੇ। ਲੇਬਰ ਡੇ ਕਦੋਂ ਮਨਾਇਆ ਜਾਂਦਾ ਹੈ? 1 ਮਈ ਨੂੰ ਮਨਾਇਆ ਜਾਂਦਾ ਹੈ। ਅਗਰ ਆਪਾਂ ਗੱਲ ਕਰੀਏ ਇੰਡੀਆ ਦੇ ਵਿੱਚ ਜਿਹੜਾ ਲੇਬਰ ਡੇ ਹੈ, ਸਭ ਤੋਂ ਪਹਿਲਾਂ 1 ਮਈ 1923 ਨੂੰ ਮਨਾਇਆ ਗਿਆ ਸੀ। ਠੀਕ ਹੈ, ਮਦਰਾਸ ਦੇ ਵਿੱਚ ਤੈਨੂੰ ਔਰਗਨਾਈਜ਼ ਕਿਹਨੇ ਕੀਤਾ ਸੀ? ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਨੇ। ਉਹ ਤੋਂ ਸੋ ਨੈਕਸਟ ਅੱਜ ਦਾ ਲਾਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਵਰਡ ਪ੍ਰੈਸ ਫਰੀਡਮ ਡੇ। ਠੀਕ ਹੈ, ਜਿਹੜੇ ਦਿਨ ਕਦੋਂ ਮਨਾਉਂਦੇ ਆ? 3 ਮਈ ਨੂੰ। ਵਰਡ ਪ੍ਰੈਸ ਫਰੀਡਮ ਡੇ ਨੂੰ ਵਰਡ ਪ੍ਰੈਸ ਡੇ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਹਨੂੰ ਯੂਨਾਈਟਿਡ ਨੇਸ਼ਨ ਦੇ ਦੁਆਰਾ ਔਰਗੇਨਾਈਜ਼ ਅਤੇ ਪ੍ਰਮੋਟ ਕੀਤਾ ਜਾਂਦਾ ਹੈ। ਓਕੇ, ਹੁਣ ਦੇਖੋ ਇਹ ਦਿਨ ਕਿਉਂ ਮਨਾਉਂਦੇ ਆ? ਤਾਂ ਕਿ ਇਹ ਦੱਸਿਆ ਜਾਵੇ, ਲੋਕਾਂ ਦੇ ਵਿੱਚ ਅਵੇਅਰਨੈਸ ਫੈਲਾਈ ਜਾਵੇ ਚੀਜ਼ ਦੀ ਕਿ ਫਰੀਡਮ ਆਫ ਪ੍ਰੈਸ ਕਿੰਨੀ ਜ਼ਿਆਦਾ ਜ਼ਰੂਰੀ ਹੈ। ਠੀਕ ਹੈ, ਸੋ ਉਸ ਚੀਜ਼ ਨੂੰ ਇੰਪੋਰਟੈਂਸ ਦੇਣ ਦੇ ਲਈ ਇਹ ਦਿਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਗਰ ਆਪਾਂ ਥੀਮ ਦੀ ਗੱਲ ਕਰੀਏ 2020 ਦੇ ਵਿੱਚ ਇਹ ਦਿਨ ਦੀ ਥੀਮ ਕੀ ਰਹੀ? Journalism without fear or favor. The day May 3 also marks the anniversary of Windhoek Declaration. The anniversary भी ਹੁੰਦੀ ਹੈ ਇਸ ਦਿਨ। The declaration is a statement of press freedom principles put together by African newspaper journalists in 1991. It was a landmark document which set the stage for the development of African media. ਬਸ ਤੁਸੀਂ ਯਾਦ ਰੱਖਿਓ ਕਿ ਇਸ ਦਿਨ ਜਿਹੜਾ ਵਿੰਡੋਕ ਡੈਕਲੇਰੇਸ਼ਨ ਹੈ ਉਹਦੀ ਐਨੀਵਰਸਰੀ ਵੀ ਹੁੰਦੀ ਹੈ। ਠੀਕ ਹੈ, ਸੋ ਇਸ ਲਈ ਵੀ ਆਪਾਂ ਇਸ ਦਿਨ ਵਰਡ ਪ੍ਰੈਸ ਫਰੀਡਮ ਡੇ ਮਨਾਉਂਦੇ ਹਾਂ। ਓਕੇ, ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਵੀਡੀਓ। ਅੱਜ ਲਈ ਇੰਨਾ ਹੀ, ਮਿਲਦੇ ਨੈਕਸਟ ਲੈਕਚਰ ਦੇ ਵਿੱਚ। ਹੈਵ ਅ ਨਾਈਸ ਡੇ।